ਸਾਂਝਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਇਤਿਹਾਸ ਦੀ ਝਲਕ ਤਹਿਤ ਅੱਜ ਆਪ ਜੀ ਨੂੰ ਦਰਸ਼ਨ ਹੋ ਰਹੇ ਆ ਜੀ ਗੁਰਦੁਆਰਾ ਮਾਤਾ ਦਮੋਦਰੀ ਜੀ ਪਾਤਸ਼ਾਹੀ ਛੇਵੀਂ। ਇਸ ਜਗ੍ਹਾ ਤੇ ਮਾਤਾ ਦਮੋਦਰੀ ਜੀ ਦਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਹੋਇਆ। ਆਓ ਨਾਲੇ ਤੇ ਆਪ ਜੀ ਨੂੰ ਕਰਾਉਣੇ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੇ ਨਾਲੇ ਜਾਣਦੇ ਇੱਥੋਂ ਦਾ ਸੰਖੇਪ ਇਤਿਹਾਸ। ਪਿੰਡ ਡੱਲਾ ਸੁਲਤਾਨਪੁਰ ਲੋਧੀ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸੁਲਤਾਨਪੁਰ ਤੋਂ ਕਾਲੇ ਸੰਗਿਆਂ ਵੱਲ ਜਾਣ ਵਾਲੇ ਰੋਡ ਤੇ ਸਥਿਤ ਹੈ। ਇਸ ਪਵਿੱਤਰ ਸਥਾਨ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਸੁਪੁੱਤਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਈ ਪਾਰੋ ਜੁਲਕਾ ਜੀ ਦੀ ਕੁਲ ਵਿੱਚੋਂ ਭਾਈ ਨਰਾਇਣ ਦਾਸ ਜੀ ਅਤੇ ਮਾਤਾ ਭਾਗਭਰੀ ਦੀ ਸੁਪੁੱਤਰੀ ਬੀਬੀ ਦਮੋਦਰੀ ਜੀ ਨਾਲ ਵਿਆਹੁਣ ਵਾਸਤੇ ਆਏ ਸਨ। ਜਿੱਥੇ ਹੁਣ ਮਾਤਾ ਦਮੋਦਰੀ ਜੀ ਦੀ ਯਾਦ ਅੰਦਰ ਬਹੁਤ ਹੀ ਸੁੰਦਰ ਗੁਰਦੁਆਰਾ ਮਾਤਾ ਦਮੋਦਰੀ ਜੀ ਅਤੇ ਖੂਹ ਭਾਈ ਪਾਰੋ ਜੁਲਕਾ ਜੀ ਸਬਾਈਮਾਨ ਹੈ, ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਇਸੇ ਅਸਥਾਨਾਂ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਮਾਤਾ ਦਮੋਦਰੀ ਜੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਮਰਿਆਦਾ ਅਨੁਸਾਰ ਹੋਇਆ ਤੇ ਪਹਿਲੇ ਇਸ ਜਗ੍ਹਾ ਤੇ ਆਨੰਦ ਕਾਰਜ ਕਰਾਉਣ ਵਾਲੇ ਜੋ ਹੈੱਡ ਗ੍ਰੰਥੀ ਸਨ ਜਾਂ ਪਹਿਲੇ ਗ੍ਰੰਥੀ ਸਨ ਉਹ ਸਨ ਬਾਬਾ ਬੁੱਢਾ ਜੀ। ਡੱਲੇ ਨਗਰ ਵਿੱਚ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਨੰਦ ਕਾਰਜ ਭਾਈ ਪਾਰੋ ਜੀ ਪਰਮਹੰਸ ਦੀ ਕੁਲ ਵਿੱਚੋਂ ਭਾਈ ਨਰਾਇਣ ਦਾਸ ਜੀ ਅਤੇ ਮਾਤਾ ਭਾਗਭਰੀ ਦੀ ਸੁਪੁੱਤਰੀ ਬੀਬੀ ਦਮੋਦਰੀ ਜੀ ਨਾਲ 22 ਭਾਦੋਂ ਸੰਮਤ 1661 ਵਾਲੇ ਦਿਨ ਨਗਰ ਡੱਲੇ ਮਾਤਾ ਦਮੋਦਰੀ ਜੀ ਦੇ ਗ੍ਰਹਿ ਵਿਖੇ ਹੋਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵਕਤ ਆਪ ਜੀ ਉਸ ਮਹਾਨ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੋ ਗੁਰਦੁਆਰਾ ਮਾਤਾ ਦਮੋਦਰੀ ਸਾਹਿਬ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਸ਼ਹਿਨਸ਼ਾਹ ਦੋ ਆਲਮ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਤੇ ਧੰਨ ਮਾਤਾ ਦਮੋਦਰੀ ਸਾਹਿਬ ਦਾ ਆਨੰਦ ਕਾਰਜ ਹੋਇਆ। ਔਰ ਇਹ ਆਨੰਦ ਕਾਰਜ ਦੀ ਵਿਲੱਖਣਤਾ ਹੈ ਕਿਉਂਕਿ 1604 ਨੂੰ ਪਹਿਲਾ ਪ੍ਰਕਾਸ਼ ਹੋਇਆ ਸ੍ਰੀ ਹਰਿਮੰਦਰ ਸਾਹਿਬ। ਔਰ ਜੋ ਇਤਿਹਾਸ ਦੇ ਤੱਥ ਨੇ ਉਹਨਾਂ ਦੇ ਮੁਤਾਬਕ ਇਹ ਇਤਿਹਾਸ ਨੇ ਗਵਾਹੀ ਪਾਈ ਹੈ ਕਿ ਸਭ ਤੋਂ ਪਹਿਲਾ ਆਨੰਦ ਕਾਰਜ ਜਿਹੜਾ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਇਆ ਉਹ ਇਸ ਨਗਰ ਵਿੱਚ ਇਸ ਗੁਰਦੁਆਰਾ ਸਾਹਿਬ ਜਿੱਥੇ ਸੁਸ਼ੋਭਿਤ ਹੈ ਇੱਥੇ ਹੋਇਆ। ਉੱਥੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਚੰਦਨ ਦੀ ਪਾਲਕੀ ਦੇ ਵਿੱਚ ਸੁੰਦਰ ਸਰੂਪ ਸਤਿਗੁਰਾਂ ਦਾ ਸੁਭਾਏਮਾਨ ਕਰਕੇ ਬਾਬਾ ਬੁੱਢਾ ਜੀ, ਬ੍ਰਹਮ ਗਿਆਨੀ ਜੀ, ਭਾਈ ਸ਼ਾਲੋ ਜੀ, ਭਾਈ ਬਹਿਲੋ ਜੀ, ਭਾਈ ਪੈੜਾ, ਭਾਈ ਲੰਗਾ, ਭਾਈ ਪੁਰਾਣਾ, ਭਾਈ ਵਿਦਿਆ, ਇਹ ਸਾਰੇ ਮਹਾਂਪੁਰਖ ਸਾਈਂ ਮੀਆਂ ਮੀਰ ਜੀ, ਭਾਈ ਗੁਰਦਾਸ ਜੀ ਹੋਰੀ, ਸੱਤਾ ਬਲਵੰਡਾ ਜੀ, ਇਹ ਸਾਰੇ ਮਹਾਨ ਸਿੱਖ। ਮੈਂ ਕਿਤਨਿਆਂ ਦਾ ਜ਼ਿਕਰ ਕਰਾਂ, ਮੇਰੀ ਜ਼ੁਬਾਨ ਛੋਟੀ ਪੈ ਸਕਦੀ ਹੈ। ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ। ਸਾਰੇ ਮਹਾਂਪੁਰਖ ਤਤ ਬੇਤਾ ਬ੍ਰਹਮ ਗਿਆਨੀ ਬਰਾਤ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋਏ। ਔਰ ਇਹ ਪਾਵਨ ਪਵਿੱਤਰ ਸਥਾਨ ਦੀ ਇੱਕ ਹੋਰ ਬੜੀ ਪਿਆਰੀ ਦਿਲ ਨੂੰ ਮੋਹਣ ਵਾਲੀ ਅਵਸਥਾ ਹੈ ਕਿ ਇਹ ਮਾਤਾ ਦਮੋਦਰੀ ਸਾਹਿਬ ਦਾ ਘਰ ਸੀ ਤੇ ਜਗ੍ਹਾ ਥੋੜੀ ਸੀ ਤੇ ਜਦੋਂ ਆਨੰਦ ਕਾਰਜ ਹੋਣ ਲੱਗਾ ਬਾਬਾ ਬੁੱਢਾ ਜੀ ਨੇ ਲਾਵਾਂ ਕੀਤੀਆਂ ਤੇ ਜਗ੍ਹਾ ਥੋੜੀ ਕਰਕੇ ਤੇ ਸਤਿਗੁਰੂ ਕਹਿਣ ਲੱਗੇ, ਸੰਗਤ ਕਹਿਣ ਲੱਗੀ ਮਹਾਰਾਜ ਅਸੀਂ ਬਾਹਰ ਬੈਠ ਜਾਈਏ, ਜਗ੍ਹਾ ਥੋੜੀ ਹੈ। ਤੇ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਗਲੀ ਧਰਤੀ ਸਾਧ ਕੀ, ਇਹ ਸਾਰੀ ਸ੍ਰਿਸ਼ਟੀ ਧਰਤੀ ਸਾਧੂਆਂ ਵਾਸਤੇ, ਤੁਸੀਂ ਬੈਠੋ ਜਗ੍ਹਾ ਆਪੇ ਬਣ ਜਾਏਗੀ। ਗੁਰਦੁਆਰਾ ਸਾਹਿਬ ਦੇ ਨਾਲ ਹੀ ਪਿਛਲੇ ਪਾਸੇ ਉਹ ਕੰਧ ਵੀ ਮੌਜੂਦ ਹੈ ਜਿਹੜੀ ਕੰਧ ਉਸ ਵਕਤ ਆਪਣੇ ਆਪ ਹੀ ਪਿਛਾਂ ਹਟ ਗਈ, ਭਾਵ ਗੁਰੂ ਦੀ ਅਜ਼ਮਤ ਵਰਤੀ, ਕਿਉਂਕਿ ਗੁਰਬਾਣੀ ਕਹਿੰਦੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਕਿਉਂਕਿ ਅੱਜ ਤਰਕ ਦਾ ਵੀ ਥੋੜ੍ਹਾ ਜਿਹਾ ਸਮਾਂ ਹੈ ਵੀ ਐਸਾ ਨਹੀਂ ਹੋ ਸਕਦਾ, ਐਸਾ ਸਭ ਕੁਝ ਹੋ ਸਕਦਾ ਹੈ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ 3 ਦੂਣੀ 7 ਵੀ ਹੋ ਸਕਦੇ ਹਨ। ਜਦੋਂ ਗੁਰੂ ਅਮਰਦਾਸ ਜੀ ਡੱਲੇ ਦੀ ਧਰਤੀ ਨੂੰ ਆਪਣੀ ਚਰਨ ਛੋਹ ਬਖਸ਼ੀ ਤੇ ਗੁਰੂ ਸਾਹਿਬ ਜੀ ਨੇ ਡੱਲੇ ਦੀ ਸੰਗਤ ਨੂੰ ਸਾਂਝੇ ਉਪਦੇਸ਼ ਰਾਹੀਂ ਜਾਤ ਅਭਿਮਾਨ ਤਿਆਗਣ, ਸੇਵਾ ਕਰਨ, ਵੰਡ ਛਕਣ ਦੀ ਸਿੱਖਿਆ ਦਿੱਤੀ। ਇਹਨਾਂ ਵਿੱਚੋਂ ਸਹਾਰੂ ਸ਼ੀਂਬੇ ਨੂੰ ਸਿੱਖਾਂ ਦੇ ਕੱਪੜੇ ਸੀਣ ਅਤੇ ਬੂਲੇ ਪਾਂਧੇ ਨੂੰ ਬਾਣੀ ਦੀ ਕਥਾ ਕਰਨ ਅਤੇ ਪੋਥੀਆਂ ਲਿਖ ਕੇ ਸੰਗਤਾਂ ਵਿੱਚ ਵੰਡਣ ਦਾ ਉਪਦੇਸ਼ ਦਿੱਤਾ।
ਗੁਰੂ ਸਾਹਿਬ ਜੀ ਨੇ ਸਾਂਝੀਵਾਲਤਾ ਅਤੇ ਪਰਉਪਕਾਰੀ ਹੋਣਾ ਹੀ ਇਨਸਾਨੀਅਤ ਦਾ ਸਭ ਤੋਂ ਵੱਡਾ ਗੁਣ ਦੱਸਿਆ। ਸ਼੍ਰੀ ਗੁਰਪੰਥ ਪ੍ਰਕਾਸ਼ ਗੁਰੰਥ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਜਿਵੇਂ ਬਾਦਸ਼ਾਹ ਅਕਬਰ ਨੇ ਆਪਣੇ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਰਾਜ ਪ੍ਰਬੰਧਾਂ ਨੂੰ ਮਜ਼ਬੂਤ ਤੇ ਚੰਗਾ ਚਲਾਉਣ ਲਈ 22 ਸੂਬੇ ਬਣਾਏ, ਤਿਵੇਂ ਹੀ ਗੁਰੂ ਅਮਰਦਾਸ ਜੀ ਨੇ ਸਿੱਖੀ ਨੂੰ ਪੱਕਿਆਂ ਕਰਾਉਣ ਤੇ ਧਰਮ ਪ੍ਰਚਾਰ ਦਾ ਵਾਧਾ ਕਰਨ ਲਈ 22 ਮੰਜੀਆਂ ਥਾਪੀਆਂ। ਇਹਨਾਂ 22 ਮੰਜੀਆਂ ਵਿੱਚੋਂ 4 ਮੰਜੀਦਾਰ ਡੱਲੇ ਪਿੰਡ ਦੇ ਸਨ। ਸਭ ਤੋਂ ਪਹਿਲਾ ਮੰਜੀਦਾਰ ਭਾਈ ਪਾਰੋ ਜੁਲਕਾ ਪਰਮਹੰਸ ਜੀ ਸਨ। ਭਾਈ ਪਾਰੋ ਜੁਲਕਾ ਡੱਲੇ ਵਿਖੇ ਸੁਨਿਆਰੇ ਵਾਲੀ ਕਿਰਤ ਕਰਦੇ ਸਨ ਤੇ ਬਿਰਤੀ ਨਾਮ ਨਾਲ ਜੋੜ ਕੇ ਰੱਖਦੇ ਸਨ। ਡੱਲੇ ਵਿੱਚ ਭਾਈ ਪਾਰੋ ਜੀ ਦੀ ਇੱਕ ਖੂਹੀ ਵੀ ਮੌਜੂਦ ਹੈ। ਇੱਥੇ ਦੇ ਲੋਕਾਂ ਮੁਤਾਬਕ ਭਾਈ ਪਾਰੋ ਜੀ ਇਸ ਖੂਹੀ ਤੇ ਬੈਠ ਕੇ ਆਉਂਦੇ ਜਾਂਦੇ ਰਾਹੀਆਂ ਨੂੰ ਜਲ ਛਕਾਉਂਦੇ ਸਨ ਅਤੇ ਘੁੰਗਣੀਆਂ ਦਾ ਪ੍ਰਸ਼ਾਦ ਵੀ ਦਿੰਦੇ ਸਨ। ਗੁਰੂ ਅਮਰਦਾਸ ਜੀ ਭਾਈ ਪਾਰੋ ਜੀ ਨੂੰ ਹਮੇਸ਼ਾ ਪਰਮਹੰਸ ਕਹਿ ਕੇ ਬੁਲਾਉਂਦੇ ਸਨ। ਭਾਈ ਪਾਰੋ ਜੀ ਨੇ ਬਹੁਤ ਸਾਰੇ ਲੋਕਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਿਆ। ਭਾਈ ਪਾਰੋ ਜੀ ਹੀ ਸ਼ਾਹ ਅੱਲਾ ਯਾਰ ਖਾਨ ਨੂੰ ਗੁਰੂ ਅਮਰਦਾਸ ਜੀ ਦੇ ਕੋਲ ਲੈ ਕੇ ਆਏ ਸਨ ਤੇ ਸ਼ਾਹ ਅੱਲਾ ਯਾਰ ਖਾਨ ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ ਅਤੇ ਗੁਰਮਤਿ ਦਾ ਪ੍ਰਚਾਰ ਵੀ ਸ਼ਾਹ ਅੱਲਾ ਯਾਰ ਖਾਨ ਨੇ ਕੀਤਾ। ਗੁਰੂ ਅਮਰਦਾਸ ਜੀ ਨੇ ਸ਼ਾਹ ਅੱਲਾ ਯਾਰ ਖਾਨ ਨੂੰ ਵੀ ਮੰਜੀ ਬਖਸ਼ਿਸ਼ ਕੀਤੀ। ਭਾਈ ਪਾਰੋ ਜੀ ਦੇ ਕਹਿਣ ਤੇ ਹੀ ਗੁਰੂ ਜੀ ਨੇ ਵਿਸਾਖੀ ਦਾ ਮੇਲਾ ਸ਼ੁਰੂ ਕੀਤਾ ਸੀ। ਮਹਿਮਾ ਪ੍ਰਕਾਸ਼ ਗ੍ਰੰਥ ਮੁਤਾਬਕ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਨੂੰ ਬੁਲਾ ਕੇ ਕਿਹਾ, ਮੈਂ ਤੈਨੂੰ ਗੁਰਤਾ ਗੱਦੀ ਤੇ ਬਿਠਾਉਣਾ ਚਾਹੁੰਦਾ ਹਾਂ। ਤਾਂ ਭਾਈ ਪਾਰੋ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ, ਮੈਨੂੰ ਸਿੱਖੀ ਦੀ ਦਾਤ ਮਿਲੀ ਹੈ, ਮੈਨੂੰ ਸਿੱਖ ਹੀ ਰਹਿਣ ਦਿਓ, ਮੈਂ ਇਸ ਸਿੰਘਾਸਣ ਦੇ ਲਾਇਕ ਨਹੀਂ ਹਾਂ। ਇਸ ਵੇਲੇ ਆਪਾਂ ਉਹ ਪਾਵਨ ਪਵਿੱਤਰ ਖੂਹ ਦੇ ਉੱਪਰ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹਾਂ। ਇਹ ਉਹ ਪਾਵਨ ਪਵਿੱਤਰ ਖੂਹ ਹੈ ਜਿੱਥੇ ਧੰਨ ਧੰਨ ਬ੍ਰਹਮ ਗਿਆਨੀ ਭਾਈ ਪਾਰੋ ਜੀ ਪਰਮਹੰਸ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਦੇ ਦਰੋਂ ਘਰੋਂ ਸਿੱਖੀ ਪਸਾਰ ਪ੍ਰਚਾਰ ਵਾਸਤੇ ਸਭ ਤੋਂ ਪਹਿਲੀ ਮੰਜੀ ਪ੍ਰਾਪਤ ਹੋਈ। ਔਰ ਬਹੁਤ ਵੱਡੀ ਦਾਤ ਕਿ ਸਭ ਤੋਂ ਪਹਿਲੀ ਮੰਜੀ ਦਾ ਭਾਵ ਹੈ ਸਭ ਤੋਂ ਪਹਿਲਾ ਸਿੱਖੀ ਪਸਾਰ ਦਾ ਪ੍ਰਚਾਰ। ਭਾਈ ਪਾਰੋ ਜੀ ਪਰਮਹੰਸ ਡੱਲੇ ਨਗਰ ਦੇ ਵਸਨੀਕ ਸਨ ਔਰ ਪਹਿਲੀ ਵਾਰ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਮਿਲੇ ਸਨ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਸਿੱਖ ਜੀ ਤੁਸੀਂ ਬੜੇ ਪਿਆਰੇ ਹੋ, ਕਿੱਥੋਂ ਆਏ ਹੋ? ਤਾਂ ਬੜੇ ਪਿਆਰੇ ਬਚਨ ਇਤਿਹਾਸ ਨੇ ਲਿਖੇ। ਕਹਿੰਦੇ ਜੀ ਮੈਂ ਪਾਰੋਂ ਆਇਆ ਹਾਂ, ਕਿਉਂਕਿ ਇਸ ਵੇਲੇ ਆਪਾਂ ਦੁਆਬੇ ਦੇ ਵਿੱਚ ਖੜੇ ਹਾਂ ਤੇ ਮਾਝੇ ਦੀ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਪਾਰੋ ਜੀ ਕਹਿੰਦੇ ਜੀ ਪਾਰੋਂ ਆਏ। ਕਹਿੰਦੇ ਕੀ ਨਾਂ ਤੁਹਾਡਾ? ਕਹਿੰਦੇ ਜੀ ਭਾਈ ਪਾਰੋ। ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਪਾਰੋਂ ਆਏ ਆ ਤੇ ਪਾਰੋਂ ਨਾ ਆਏ ਤੇ ਕੀ ਲੈਣ ਵਾਸਤੇ ਆਏ ਹੋ ਇੱਥੇ? ਕਹਿੰਦੇ ਮਹਾਰਾਜ ਮੈਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿਓ। ਤਿੰਨੇ ਸ਼ਬਦ ਵਰਤੇ, ਪਾਰੋਂ ਆਏ, ਨਾਮ ਹੀ ਭਾਈ ਪਾਰੋ ਤੇ ਪਾਰ ਕਰ ਦਿਓ। ਮੇਰੇ ਪਾਤਸ਼ਾਹ ਬੜੇ ਖੁਸ਼ ਹੋਏ। ਕਹਿੰਦੇ ਸਿੱਖ ਜੀ ਪਾਰ ਹੋਣ ਵਾਸਤੇ ਸੇਵਾ ਕਰਨੀ ਪੈਂਦੀ। ਗੁਰਬਾਣੀ ਕਹਿੰਦੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਪਾਈਏ। ਕਹਿੰਦੇ ਪਾਤਸ਼ਾਹ ਦੱਸੋ? ਕਹਿਣ ਲੱਗੇ ਸੰਗਤਾਂ ਦੀ ਸੇਵਾ ਕਰਿਆ ਕਰੋ। ਜ਼ਰੂਰੀ ਨਹੀਂ ਕਿ ਆਪਾਂ ਦੂਰ ਦਰੇਡੇ ਸੇਵਾ ਕਰ ਸਕਦੇ, ਆਪਾਂ ਘਰ ਦੇ ਵਿੱਚ ਰਹਿ ਕੇ ਵੀ ਸੇਵਾ ਕਰ ਸਕਦੇ ਹਾਂ। ਕਹਿੰਦੇ ਜੀ ਉਹ ਕਿਸ ਤਰ੍ਹਾਂ? ਮਾਰੇ ਕਹਿੰਦੇ ਲੋੜਵੰਦਾਂ ਦੀ ਜ਼ਰੂਰਤ ਪੂਰੀ ਕਰੋ। ਤੋ ਭਾਈ ਸਾਹਿਬ ਜੀ ਨੂੰ ਬੜਾ ਸੋਹਣਾ ਮੌਕਾ ਮਿਲਿਆ, ਕਿਉਂਕਿ ਬਚਨ ਵੀ ਹੋਏ ਵੀ ਪਾਰ ਅਸੀਂ ਨਹੀਂ, ਪਾਰ ਤੁਹਾਨੂੰ ਗੁਰੂ ਅਮਰਦਾਸ ਜੀ ਕਰਨਗੇ। ਜੋ ਗੋਇੰਦਵਾਲ ਸਾਹਿਬ ਵਸਦਾ ਹੈ, ਬਾਅਦ ਵਿੱਚ ਗੋਇੰਦਵਾਲ ਗੋਬਿੰਦਪੁਰੀ ਸਮਝਲਣ ਤੀਰ ਵਿਪਾਸ ਬਣਾਇਓ। ਇੱਥੇ ਫਿਰ ਭਾਈ ਪਾਰੋ ਜੀ, ਇਹ ਖੂਹ, ਇਹ ਸਾਰਾ ਜੰਗਲ ਸੀ। ਇੱਥੇ ਭਾਈ ਪਾਰੋ ਜੀ ਫਿਰ ਬੈਠਿਆ ਕਰਦੇ ਸੀ ਤੇ ਆਉਂਦੇ ਜਾਂਦੇ ਰਾਹੀਆਂ ਨੂੰ ਠੰਡਾ ਪਾਣੀ ਪਿਆਉਣਾ ਤੇ ਪਸ਼ੂਆਂ ਨੂੰ, ਜਿਹੜੇ ਅਵਾਰਾ ਪਸ਼ੂ, ਉਹਨਾਂ ਨੂੰ ਮਲਮ ਪੱਟੀ ਕਰਨੀ, ਉਹਨਾਂ ਦੇ ਕੀੜੇ ਕੱਢਣੇ ਔਰ ਉਹਨਾਂ ਨੂੰ ਠੰਡਾ ਜਲ ਪਿਆਉਣਾ। ਇਹ ਸੇਵਾ ਉਹਨਾਂ ਦੇ ਨਾਲ ਘੁੰਗਣੀਆਂ ਦਾ ਪ੍ਰਸ਼ਾਦ ਜੋ ਪੁਰਾਤਨ ਗੁਰੂ ਰਾਮਦਾਸ ਭਾਈ ਜੇਠਾ ਜੀ ਦੇ ਰੂਪ 'ਚ ਵਰਤਾਉਂਦੇ ਰਹੇ, ਇੱਥੇ ਨਾਲ ਰਾਹੀਗੀਰਾਂ ਨੂੰ ਪ੍ਰਸ਼ਾਦ ਤੇ ਜਲ ਵਰਤਾਉਂਦੇ ਰਹੇ। ਔਰ ਉਸ ਵੇਲੇ ਉਹਨਾਂ ਦੀ ਅਜ਼ਮਤ ਜਿਹੜੀ ਪੂਰੀ ਹੋਈ ਕਿ ਜਦੋਂ ਇੱਕ ਮਾਲਵੇ 'ਚੋਂ ਸੇਠ ਆਇਆ, ਉਹਨੇ ਬੇਨਤੀ ਕੀਤੀ, ਕਹਿੰਦੇ ਸਿੱਖ ਜੀ ਮੇਰੇ ਘਰ ਔਲਾਦ ਨਹੀਂ ਕੋਈ। ਭਾਈ ਪਾਰੋ ਜੀ ਇਸੇ ਖੂਹ ਤੇ ਬੈਠੇ ਕਹਿਣ ਲੱਗੇ ਪੁੱਤਰਾਂ ਦੀਆਂ ਦਾਤਾਂ ਦੇਣ ਵਾਲੇ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਬੈਠੇ ਨੇ। ਜਦੋਂ ਉੱਥੇ ਗਏ ਤਾਂ ਗੁਰੂ ਅਮਰਦਾਸ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਭਾਈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਕਰਕੇ ਮਨੁੱਖ ਨੂੰ ਦਾਤ ਮਿਲਦੀ, ਤੁਹਾਡੇ ਕਰਮਾਂ ਵਿੱਚ ਨਹੀਂ। ਜਦੋਂ ਫਿਰ ਇੱਥੇ ਵਾਪਸ ਆਏ ਕਹਿਣ ਲੱਗੇ ਭਾਈ ਪਾਰੋ ਜੀ ਤੁਸੀਂ ਕਿੰਨਾ ਮਾਣ ਕਰਦੇ ਹੋ ਆਪਣੇ ਗੁਰੂ ਸਾਹਿਬ ਤੇ? ਕਹਿੰਦੇ ਜੀ ਬਹੁਤ ਜ਼ਿਆਦਾ ਮਾਣ ਕਰੂੰ ਤੁਦੀ ਉਪਰੇ ਮੇਰੇ ਪ੍ਰੀਤਮ ਪਿਆਰੇ।
ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨਹਾਰੇ। ਕਹਿੰਦੇ ਕੀ ਹੋਇਆ? ਕਹਿੰਦੇ ਤੁਹਾਡੇ ਗੁਰੂ ਨੇ ਜਵਾਬ ਦਿੱਤਾ। ਫਿਰ ਗੁਰਬਾਣੀ ਨੂੰ ਆਪਾਂ ਵੇਖੀਏ, ਗੁਰਬਾਣੀ ਕਹਿੰਦੀ ਹਰ ਕੀ ਬਾਂਦੀ ਭਗਤ ਛਡਾਵੈ, ਬਾਧੀ ਭਗਤ ਨਾ ਛੂਟੈ ਮੋਹਿ। ਜਿਸ ਤਰ੍ਹਾਂ ਆਪਣੇ ਬੱਚੇ ਅਮਰੀਕਾ ਕੈਨੇਡਾ ਵਿੱਚ ਕਮਾਈ ਕਰਦੇ ਤੇ ਮਾਤਾ ਪਿਤਾ ਖੁਸ਼ ਹੁੰਦੇ ਹੈ, ਇਸੇ ਤਰ੍ਹਾਂ ਹੀ ਇਹ ਪਰਮਾਰਥ ਦਾ ਰਸਤਾ ਐਸਾ ਹੈ ਕਿ ਜਿਹੜਾ ਸਿੱਖ ਭਗਤੀ ਕਰਦਾ ਹੈ ਉਹ 'ਤੇ ਪ੍ਰਭੂ ਪਰਮਾਤਮਾ ਖੁਸ਼ ਹੁੰਦਾ ਹੈ। ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਹੈ ਰਾਮ ਰਾਜੇ। ਭਾਈ ਪਾਰੋ ਜੀ ਨੇ ਬਚਨ ਕਰਤਾ, ਕਹਿੰਦੇ ਗੁਰੂ ਸਾਹਿਬ ਨਹੀਂ, ਅਸੀਂ ਆਪਣੀ ਕਮਾਈ 'ਚੋਂ ਦੇ ਦਿੰਦੇ ਹਾਂ, ਤੈਨੂੰ ਮੋੜਨਾ ਨਹੀਂ, ਕਿਉਂ ਇਸ ਘਰ ਦੇ ਵਿੱਚ ਜਿਹੜਾ ਆਉਂਦਾ ਉਹ ਖਾਲੀ ਨਹੀਂ ਜਾਂਦਾ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹੇ। ਇਸੇ ਖੂਹ 'ਤੇ ਬਚਨ ਨਿਕਲਿਆ, ਪੂਰਾ ਹੋਇਆ। ਫਿਰ ਉਹ ਜਦੋਂ ਬੇਟਾ ਉਹਨਾਂ ਦੇ ਹੋਇਆ ਤੇ ਉਹ ਗੋਇੰਦਵਾਲ ਸਾਹਿਬ ਪਹੁੰਚੇ। ਗੁਰੂ ਅਮਰਦਾਸ ਕਹਿੰਦੇ ਇਹ ਬੱਚਾ ਕਿੱਥੋਂ ਆਇਆ? ਕਹਿੰਦੇ ਤੁਹਾਡਾ ਭਾਈ ਪਾਰੋ ਡੱਲੇ ਨਗਰ ਵਿੱਚ ਖੂਹ 'ਤੇ ਬੈਠਾ ਹੈ, ਗੁਰੂ ਦਾ ਬਚਨ ਕਮਾਉਂਦਾ ਹੈ, ਉਹਨਾਂ ਨੇ ਕਿਰਪਾ ਕੀਤੀ। ਫਿਰ ਭਾਈ ਪਾਰੋ ਜੀ ਉੱਥੇ ਗਏ ਤੇ ਮੇਰੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਪਾਰੋ ਤੁਹਾਡੀ ਸੇਵਾ ਸਫਲ ਹੋਈ, ਤੁਸੀਂ ਗੁਰਤਾ ਗੱਦੀ ਲੈ ਲਓ। ਤੇ ਮੇਰੇ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿਣ ਲੱਗੇ ਭਾਈ ਪਾਰੋ ਜੀ, ਕਹਿੰਦੇ ਮਹਾਰਾਜ ਗੁਰਤਾ ਗੱਦੀ ਤੋਂ ਵੀ ਇੱਕ ਵੱਡੀ ਚੀਜ਼ ਹੈ। ਮਹਾਰਾਜ ਕਹਿੰਦੇ ਉਹ ਕੀ? ਕਹਿੰਦੇ ਪਾਤਸ਼ਾਹ ਉਹ ਹੈ ਸੇਵਾ, ਕਿਉਂਕਿ ਸੇਵਾ ਕਰਕੇ ਲੈਣਾ ਅੰਗਦ ਦੇਵ ਹੋਇਆ, ਸੇਵਾ ਕਰਕੇ ਅਮਰੂ ਨਥਾਵਾ ਅਮਰਦਾਸ ਹੋਏ, ਸੇਵਾ ਕਰਕੇ ਭਾਈ ਜੈਠਾ ਗੁਰੂ ਰਾਮਦਾਸ ਹੋਏ। ਇਸ ਕਰਕੇ ਮਹਾਰਾਜ ਮੈਨੂੰ ਗੱਦੀ ਨਹੀਂ, ਮੈਨੂੰ ਝਾੜੂ ਦੀ ਸੇਵਾ ਹੀ ਦੇ ਦਿਓ। ਮਹਾਰਾਜ ਕਹਿੰਦੇ ਭਾਈ ਪਾਰੋ ਅੱਜ ਤੂੰ ਪਾਰ ਹੋ ਗਿਆ। ਲਾਹੌਰ ਵਾਸੀ 5 ਪਿਆਰਿਆਂ ਚੋਂ ਭਾਈ ਦਇਆ ਸਿੰਘ ਜੀ ਵੀ ਭਾਈ ਪਾਰੋ ਪਰਮਹੰਸ ਜੀ ਦੀ ਕੁੱਲ ਵਿੱਚੋਂ ਹੀ ਹੋਏ ਹਨ। 22 ਭਾਦੋਂ ਵਾਲੇ ਦਿਨ ਨੂੰ ਮਾਤਾ ਦਮੋਦਰੀ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਪੁਰਬ ਇਸ ਅਸਥਾਨ ਤੇ ਬਹੁਤ ਹੀ ਭਾਵਨਾ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਮਾਤਾ ਦਮੋਦਰੀ ਜੀ ਦੇ ਇਸ ਗੁਰਧਾਮ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਹੁਣ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਵਿਆਹ ਸਥਾਨ ਮਾਤਾ ਦਮੋਦਰੀ ਜੀ, ਜਿੱਥੇ ਸਭ ਤੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾਂ ਹੋਈਆਂ। ਤੁਹਾਨੂੰ ਸਾਡਾ ਇਤਿਹਾਸ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਹਨਾਂ ਇਤਿਹਾਸਾਂ ਨੂੰ ਅੱਗੇ ਸ਼ੇਅਰ ਵੀ ਕਰੋ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ। ਹੋਰ ਗੁਰਦੁਆਰੇ ਗੁਰਧਾਮਾਂ ਦੇ ਦਰਸ਼ਨਾਂ ਲਈ ਇਸੇ ਤਰ੍ਹਾਂ ਜੁੜੇ ਰਹੋ ਚੈਨਲ ਸਾਂਝਾ ਮੁੱਦਾ ਦੇ ਨਾਲ।